Good afternoon, students. Here, myself, Dimpi Khurana, and I'm working as an English mistress at Government High School, Alachar, SPS Nagar. How are you all? Hope you all are staying fine and safe at your home. Today, we are going to discuss the topic of class 7th, that is the noun. ਤੁਸੀਂ 6th ਕਲਾਸ ਦੇ ਵਿੱਚ ਇਹ ਟੌਪਿਕ ਬਹੁਤ ਅੱਛੀ ਤਰ੍ਹਾਂ ਕੀਤਾ ਹੋਇਆ ਕਿ ਨਾउन ਕੀ ਹੈ ਔਰ ਇਹਦੀਆਂ ਜਿਹੜੀਆਂ ਕਾਈਂਡਸ ਹੈਗੀਆਂ ਉਹ ਕੀ ਹਨ। ਠੀਕ ਹੈ ਜੀ, ਥੋੜਾ ਜਿਹਾ ਅਸੀਂ ਰਿਵਿਊ ਲੈ ਲੈਂਦੇ ਆ। ਨਾउन ਐਕਚੁਅਲ ਚ ਕੀ ਹੈ? A noun is the name of person place, animal, thing, etc. नाउन की है? इट इज द नेम ऑफ अ पर्सन। किसी व्यक्ति का नाम हो सकता है, किसी जगह का नाम हो सकता है, किसी एनिमल का नाम हो सकता है या किसी चीज का नाम हो सकता है। राइट, ये असी जिहड़ा 6th क्लास विच कीता होया सी ते उस तो बाद असी जिहड़ियां इहदियां काइंड्स कीतियां सीगियां, दैट इज कॉमन नाउन, प्रॉपर नाउन, मटीरियल नाउन, एब्स्ट्रैक्ट नाउन एंड कलैक्टिव नाउन। ਅੱਜ जो असी नाउन दे विच असी गल करांगे ਉਹ ਅਸੀਂ ਕਰਾਂਗੇ ਐਬਸਟ੍ਰੈਕਟ ਨਾउन, ਕੌਨਕਰੀਟ ਨਾउन ਤੇ ਕਲੈਕਟਿਵ ਨਾउन ਦੀ। ਸਭ ਤੋਂ ਪਹਿਲਾਂ ਅਸੀਂ ਜਿਹੜਾ ਆ ਰਿਵਾਈਜ਼ ਕਰਦੇ ਆ ਕੌਨਕਰੀਟ ਨਾउन। As its name clear, concrete means ठोस। ਉਹ ਚੀਜ਼ ਜਿਹਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਹਨੂੰ ਅਸੀਂ ਦੇਖ ਸਕਦੇ ਹਾਂ, that is concrete noun. Concrete noun ਜਿਵੇਂ ਕਿ this is the blackboard and this is a concrete noun. Chalk, concrete noun. Your classroom table, concrete noun. ਕਿਉਂਕਿ ਤੁਸੀਂ ਉਹਨੂੰ ਦੇਖ ਸਕਦੇ ਆ, ਤੁਸੀਂ ਉਹਨੂੰ ਜਿਹੜਾ ਹੈ ਉਹ ਟੱਚ ਕਰ ਸਕਦੇ ਆ। ਤੇ ਕੰਕਰੀਟ ਨਾउन ਜਿਹੜਾ ਹੈਗਾ, ਫਿਰ ਇਹਦੀਆਂ ਅਸੀਂ ਐਗਜ਼ਾਮਪਲਸ ਲਿਖਾਂਗੇ। ਪੈਨ, ਪੈਨਸਿਲ, ਟੇਬਲ एक्सेट्रा। ठीक है जी, ਜਿਹੜਾ ਕੰਕਰੀਟ ਨਾउन ਹੈ ਉਹਦੀਆਂ ਅਸੀਂ ਐਗਜ਼ਾਮਪਲਸ ਜਿਹੜੀਆਂ ਕਲਾਸੀਫਾਈ ਕਰ ਲਾਂਗੇ। ਸਭ ਤੋਂ ਪਹਿਲਾਂ ਅਸੀਂ ਲਵਾਂਗੇ ਕੰਕਰੀਟ ਨਾउन ਦੇ ਵਿੱਚ ਪੀਪਲ। ਪੀਪਲ ਦੇ ਵਿੱਚ ਕੀ ਆ ਜਾਏਗਾ ਸਾਡੇ ਕੋਲ? ਮੈਨ, women, dentist, teacher, etc. नेक्स्ट पीपल तो बाद असी लवांगे एनिमल, दैट इज कैट, डॉग, पिग। नेक्स्ट जिहड़ी असी थर्ड इहदे विच कैटेगरी लवांगे ऑब्जेक्ट्स। ऑब्जेक्ट्स दे विच साडियां चीज़ां आ जाएंगियां, जिवें कि बुक, पेन, पेंसिल, ब्लैक बोर्ड। जिद्दां कि असीं पहलों कॉन्क्रीट नाउन दी एग्जांपल्स लईआं सीगियां। पेन, पेंसिल,
table, you can say car, your cycle. These all are objects and these are the examples of concrete noun. Fourth one is places and geographical features. Places जगह हो सकती है, ਤੁਸੀਂ ਜਿਹੜੇ ਸ਼ਹਿਰ 'ਚ ਰਹਿ ਰਹੇ हैं, suppose you are living at ਬਠਿੰਡਾ, you are living at ਨਵਾਂ ਸ਼ਹਿਰ, ਇਹ ਸਾਰੇ ਕੀ ਹੈ places ਹੈਗੇ ਆ। ਐਂਡ ਜੀਓਗ੍ਰਾਫਿਕਲ ਫੀਚਰਸ ਦੇ ਵਿੱਚ ਕਿਹੜਾ ਆ ਜਾਏਗਾ, ਸਾਡੇ ਮਾਊਂਟੇਨਸ, ਸਾਡੀਆਂ ਵੈਲੀਜ਼, ਰਿਵਰਸ, ਸਪੋਜ਼ ਵੀ ਆਰ ਟਾਕਿੰਗ ਅਬਾਊਟ ਗੰਗਾ, ਦ ਹਿਮਾਲਿਆ, ਇਹ ਸਾਰੇ ਕੀ ਜਿਹੜੇ ਆ ਸਾਡੇ ਇਹ ਜੀਓਗ੍ਰਾਫਿਕਲ ਕੈਟਾਗਰੀ ਦੇ ਵਿੱਚ ਆ ਜਾਣਗੇ। ਠੀਕ ਹੈ ਜੀ, ਇਹ ਸਾਰਾ ਹੈਗਾ ਸਾਡਾ ਕਿ ਕੰਕਰੀਟ ਨਾउन ਦੇ ਵਿੱਚ ਜਿਹੜਾ ਅਸੀਂ ਕੀ ਕੁਝ ਇਨਕਲੂਡ ਕਰਦੇ ਹਾਂ। ਆਈ ਐਮ ਰਿਪੀਟਿੰਗ ਅਗੇਨ, ਸਭ ਤੋਂ ਪਹਿਲਾਂ ਅਸੀਂ ਲਏ ਸੀ ਪੀਪਲ, ਪੀਪਲ ਦੇ ਵਿੱਚ ਮੈਨ, ਵੂਮੈਨ, ਡੈਂਟਿਸਟ, ਟੀਚਰ, ਸਟੂਡੈਂਟਸ। ਓਕੇ ਜੀ, ਉਹ ਤੋਂ ਬਾਅਦ ਸਾਡੇ ਕੋਲ ਸੈਕਿੰਡ ਨੰਬਰ ਜਿਹੜਾ ਆਇਆ ਹੈ ਉਹ ਹੈ ਐਨੀਮਲਸ ਦਾ। ਐਨੀਮਲਸ ਦੇ ਵਿੱਚ ਅਸੀਂ you can take some names of animals, cat, dog, pig and cow, ਇਹ ਸਾਰੇ ਐਨੀਮਲਸ ਵਿੱਚ ਆ ਜਾਣਗੇ। ਉਸ ਤੋਂ ਬਾਅਦ ਥਰਡ ਨੰਬਰ ਜਿਹੜਾ ਅਸੀਂ ਲਿਆ ਆਬਜੈਕਟਸ, ਜਿਹੜੀਆਂ ਚੀਜ਼ਾਂ ਹੈਗੀਆਂ, ਠੀਕ ਹੈ ਜੀ, ਜਿਨ੍ਹਾਂ ਨੂੰ ਤੁਸੀਂ ਟੱਚ ਕਰ ਸਕਦੇ ਹੋ, ਦੇਖ ਸਕਦੇ ਹੋ। ਪੈਨ, ਪੈਨਸਿਲ, ਟੇਬਲ, ਕਾਰ, ਸਾਈਕਲ। फोर्थ है places and geographical features, कोई भी जगह हो सकती, ਤੁਹਾਡੇ ਸ਼ਹਿਰ ਦਾ ਨਾਮ ਹੋ ਸਕਦਾ, ਤੁਹਾਡਾ ਸਕੂਲ ਹੈ, ਟੈਂਪਲ ਹੈ, ਠੀਕ ਹੈ, ਉਹ ਸਾਰਾ ਅਸੀਂ places ਦੇ ਵਿੱਚ ਕਵਰ ਕਰਾਂਗੇ। ਔਰ geographical features ਦੇ ਵਿੱਚ ਅਸੀਂ ਜਿਹੜਾ ਲਵਾਂਗੇ ਉਹ ਸਾਡੇ ਮਾਊਂਟੇਨਸ ਹੋ ਗਏ, ਵੈਲੀਜ਼ ਹੋ ਗਈਆਂ, ਸਾਡੀਆਂ ਨੇਚਰ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ, ਰਿਵਰਸ ਹੋ ਗਈਆਂ, ਉਹ ਸਾਡਾ geographic ਲੈਂਡ ਹੋ ਗਿਆ, ਉਹ geographical features ਦੇ ਵਿੱਚ ਆਏਗਾ। Clear everyone? ਇਹ ਅਸੀਂ ਜਿਹੜਾ ਡਿਸਕਸ ਕੀਤਾ ਹੈਗਾ ਆ, that is all about concrete noun. ਹੁਣ ਜਿਹੜਾ ਅਸੀਂ ਗੱਲ ਕਰਨ ਜਾ ਰਹੇ ਹਾਂ, that is about abstract noun. Abstract noun ਨਾਮ ਤੋਂ ਹੀ ਕਲੀਅਰ ਹੈ ਕਿ ਜਿਹੜੀ ਚੀਜ਼, ਜੋ ਵੀ ਅਸੀਂ ਕਿਸੇ ਵੀ ਚੀਜ਼ ਨੂੰ ਜਿਹਨੂੰ ਅਸੀਂ ਦੇਖ ਨਹੀਂ ਸਕਦੇ, ਜਿਹਨੂੰ ਅਸੀਂ ਟੱਚ ਨਹੀਂ ਕਰ ਸਕਦੇ, ਸਿਰਫ ਅਸੀਂ ਉਸ ਨੂੰ ਫੀਲ ਕਰ ਸਕਦੇ ਹਾਂ, that is abstract noun. ਠੀਕ ਹੈ ਜੀ, ਅਸੀਂ ਜਿਹੜਾ ਆਪਣੇ 5 senses ਸਾਡੇ ਕੋਲ ਹੈ, ਉਹਦੇ ਵਿੱਚ ਅਸੀਂ ਜੋ ਜੋ ਚੀਜ਼ ਨੂੰ ਫੀਲ ਕਰਦੇ ਹਾਂ, ਸਪੋਜ਼ ਪਾਵਰਟੀ, ਪਾਵਰਟੀ ਜਿਹੜੀ ਆ ਜਾਂ ਜੋਏ ਜਿਹੜੀ ਆ ਉਹ ਐਕਚੁਅਲ ਚ ਨਹੀਂ ਸਾਨੂੰ ਦਿਖਦੀ, ਅਸੀਂ ਉਹਨੂੰ ਟੱਚ ਨਹੀਂ ਕਰ ਸਕਦੇ, ਸਿਰਫ ਅਸੀਂ ਉਸ ਚੀਜ਼ ਨੂੰ ਫੀਲ ਕਰਦੇ ਹਾਂ। that comes under the category of abstract noun. ਹੁਣ abstract noun ਨੂੰ ਵੀ ਅਸੀਂ ਜਿਹੜਾ 4 ਪਾਰਟਸ ਦੇ ਵਿੱਚ ਇਹਦੀਆਂ ਐਗਜ਼ਾਮਪਲਸ ਆ ਉਹ ਕੈਟਾਗਰਾਈਜ਼ ਕਰਾਂਗੇ, so that ਤੁਹਾਨੂੰ ਜਿਹੜਾ ਉਹ ਚੰਗੀ ਤਰ੍ਹਾਂ ਸਮਝ ਆ ਜਾਏ। ਐਗਜ਼ਾਮਪਲ ਦੇ ਵਿੱਚ ਫਰਸਟ ਅਸੀਂ ਲਵਾਂਗੇ qualities and characteristics. Second ਅਸੀਂ ਲਵਾਂਗੇ emotions. Third concept and ideas. Fourth है events
and processes. ਜਦੋਂ ਅਸੀਂ ਕੁਆਲਿਟੀਜ਼ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਸਾਡਾ ਆ ਜਾਏਗਾ ਬਿਊਟੀ, kindness, wisdom, emotions ਦੇ ਵਿੱਚ love, happiness, anger, concepts and ideas ਦੇ ਵਿੱਚ justice, freedom, truth, events and process ਦੇ ਵਿੱਚ ਆ ਜਾਏਗਾ progress. progress मतलब ਤਰੱਕੀ ਜਿਹੜੀ ਕਿ ਸਾਨੂੰ ਫੀਲ ਕਰ ਸਕਦੇ ਹਾਂ ਅਸੀਂ, ਸਾਨੂੰ ਦਿਖਾਈ ਨਹੀਂ ਦਿੰਦਾ, we can just imagine, we can just feel ਕਿ ਹਾਂ ਕਿਸੇ ਪਰਸਨ ਦੀ ਤਰੱਕੀ ਹੋ ਰਹੀ ਹੈ, ਠੀਕ ਹੈ ਜੀ, that comes under the events and processes ਜੀ। ਹੁਣ ਜਦੋਂ ਅਸੀਂ ਕੁਆਲਿਟੀਜ਼ ਦੀ ਗੱਲ ਕਰਦੇ ਹਾਂ ਜਾਂ ਅਸੀਂ ਕਨਸੈਪਟਸ ਐਂਡ ਆਈਡੀਆਜ਼ ਦੀ ਗੱਲ ਕਰਦੇ ਹਾਂ, ਅਸੀਂ ਐਗਜ਼ਾਮਪਲ ਇਹਦੇ ਵਿੱਚ ਲੈ ਸਕਦੇ ਹਾਂ ਐਬਸਟਰੈਕਟ ਨਾउन ਦੀ। Suppose we are taking an example, truth always prevails, मतलब कि सच ਜਿਹੜਾ ਉਹ ਹਮੇਸ਼ਾ ਰਹਿੰਦਾ। ਇਹਦੇ ਵਿੱਚ ਜਿਹੜਾ truth ਹੈਗਾ ਆ ਇਹ ਸਾਡਾ ਕਿਹੜਾ ਨਾउन ਹੈ, ਇਹ ਸਾਡਾ ਹੈ abstract noun. Secondly, we are taking another example, books give us knowledge. ਹੁਣ ਇਹਦੇ ਵਿੱਚ ਜਿਹੜਾ knowledge ਹੈਗਾ ਆ this is abstract noun, ਜਿਹੜਾ books ਹੈਗਾ ਆ that is concrete noun, ਠੀਕ ਹੈ ਜੀ। books ਅਸੀਂ ਦੇਖ ਸਕਦੇ ਹਾਂ, ਇਹਨਾਂ ਨੂੰ ਅਸੀਂ ਟੱਚ ਵੀ ਕਰ ਸਕਦੇ ਹਾਂ, ਛੂ ਸਕਦੇ ਹਾਂ। knowledge ਜਿਹੜਾ ਆ ਉਹਨੂੰ ਅਸੀਂ ਸਾਡੇ ਸਿਰਫ ਅਸੀਂ ਫੀਲ ਕਰ ਸਕਦੇ ਹਾਂ ਇਸ ਚੀਜ਼ ਨੂੰ, ਠੀਕ ਹੈ ਜੀ। ਇਸ ਕਰਕੇ ਇਹ ਜਿਹੜਾ ਆ ਅਸੀਂ ਐਬਸਟਰੈਕਟ ਨਾउन ਦੇ ਅੰਦਰ ਲੈ ਕੇ ਆਉਂਦੇ ਹਾਂ। ਇੱਕ ਹੋਰ ਐਗਜ਼ਾਮਪਲ ਲੈ ਲਈਏ, he is a man of great strength. ਇਸ ਵਿੱਚ ਹੁਣ ਸਾਡੇ ਕੋਲ ਐਬਸਟਰੈਕਟ ਨਾउन ਕਿਹੜਾ ਹੈ, that is strength, ਠੀਕ ਹੈ ਜੀ, ਇੱਕ ਤਾਕਤ ਬੰਦੇ ਦੀ। he is a man of great strength. ਇਹਨੂੰ ਅਸੀਂ ਟੱਚ ਨਹੀਂ ਕਰ ਸਕਦੇ, we can just feel, ਅਸੀਂ ਉਹਨੂੰ ਮਹਿਸੂਸ ਕਰ ਸਕਦੇ, ਉਹਦੇ ਐਕਸ਼ਨ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਵਾਕਈ ਜਿਹੜਾ ਇਹ ਬੰਦਾ ਜਿਹੜਾ ਹੈਗਾ ਉਹ ਸਟਰੈਂਥ ਵਾਲਾ ਹੈ, ਠੀਕ ਹੈ। ਤੇ ਇਹ ਸਾਡੇ ਕੋਲ ਜਿਹੜਾ ਸਟਰੈਂਥ ਹੈ ਇਹ ਕੀ ਹੋ ਗਿਆ, ਐਬਸਟਰੈਕਟ ਨਾउन, ਓਕੇ ਜੀ। ਅਸੀਂ ਹੁਣ ਇੱਕ ਹੋਰ ਮੈਂ ਤੁਹਾਨੂੰ ਇੱਕ ਪਿਕਚਰ ਸ਼ੋ ਕਰਦੀ ਹਾਂ, you can see the picture. Here you can see that a dog is here and the dog fetched the ball with glee. एक पिक्चर ਦਿੱਤੀ ਹੋਈ ਆ, ਉਹਦੇ ਵਿੱਚ ਇੱਕ ਕੁੱਤਾ ਹੈਗਾ ਆ ਜਿਹੜਾ ਕਿ ਬਾਲ ਨੂੰ ਪਕੜ ਰਿਹਾ। ਹੁਣ ਜਿਹੜਾ I am going to write this sentence on the board so that मैं ਤੁਹਾਨੂੰ ਜਿਹੜਾ ਅੱਛੀ ਤਰ੍ਹਾਂ ਕਲੀਅਰ ਕਰ ਸਕਾਂ ਉਹਨੂੰ ਕਿ ਕਿਵੇਂ ਅਸੀਂ ਉਹਦੇ ਵਿੱਚ ਐਬਸਟਰੈਕਟ ਨਾउन ਚੂਜ਼ ਕਰਾਂਗੇ। The dog fetched
the ball with glee. fetch मतलब प्राप्त करना कोई चीज और glee मतलब खुशी ना। ठीक है जी, हम कुत्ता है, कुत्ता बॉल ਨੂੰ ਪਕੜ ਰਿਹਾ ਹੈ ਤੇ ਉਹਦੀਆਂ ਜਿਹੜੀਆਂ ਇਮੋਸ਼ਨਸ ਦਿਖਾਈਆਂ ਹੋਈਆਂ, ਉਹਦੀਆਂ ਫੀਲਿੰਗਸ ਦਿਖਾਈਆਂ ਕਿ ਉਹ ਖੁਸ਼ ਹੈਗਾ। ਠੀਕ ਹੈ, ਇਹਦੇ ਵਿੱਚ ਹੁਣ ਸਾਡੇ ਕੋਲ ਜਿਹੜਾ ਗਲੀ ਆ ਗਿਆ, ਇਹ ਉਹਦੀਆਂ ਇਮੋਸ਼ਨਸ ਆ, ਉਹਦੀਆਂ ਫੀਲਿੰਗਸ ਹੈ। ਠੀਕ ਹੈ, ਇਹ ਜਿਹੜਾ ਸਾਡੇ ਕੋਲ ਕੀ ਹੋ ਗਿਆ, ਐਬਸਟਰੈਕਟ ਨਾਉਨ। इसे सेंटेंस के विच डॉग हो गया, बॉल हो गया, these both are also noun but these are concrete noun। पिक्चर ਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ grass ਦਿੱਤਾ ਹੋਇਆ, that is concrete noun, ball concrete noun, sky concrete noun, dog concrete noun, but abstract noun ਕੀ ਹੈਗਾ, glee word। ठीक है जी, ਹੋਪ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਐਬਸਟਰੈਕਟ ਨਾਉਨ ਜਿਹੜਾ ਅਸੀਂ ਕਿਵੇਂ ਫਾਈਂਡ ਆਊਟ ਕਰਦੇ ਹਾਂ। ਇਸ ਤੋਂ ਬਾਅਦ ਜਿਹੜਾ ਅਸੀਂ ਤੀਸਰੇ ਨਾਉਨ ਦੀ ਗੱਲ ਕੀਤੀ ਸੀ ਪਹਿਲਾਂ, that is of collective noun। ਅਸੀਂ collective noun ਦੀ ਗੱਲ ਕੀਤੀ ਸੀ, ਹੁਣੇ ਅਸੀਂ ਦੋ ਜਿਹੜੇ ਨਾਉਨ ਕਰਕੇ ਹਟੇ ਆ, concrete noun and abstract noun। ਹੁਣ ਅਸੀਂ ਕਰਾਂਗੇ collective noun। कलैक्टिव मतलब इकट्ठा, ग्रुप किसी चीज़ का। ठीक है, ਹੁਣ ਅਸੀਂ ਇਹਨੂੰ ਪੰਜਾਬੀ ਹਿੰਦੀ ਦੇ ਵਿੱਚ ਵੀ ਕੀਤਾ ਹੈਗਾ, ਜਿਹੜਾ ਹਿੰਦੀ 'ਚ ਤੁਸੀਂ ਸੰਗਿਆ ਕਰਦੇ ਹੋ, ਪੰਜਾਬੀ 'ਚ ਤੁਸੀਂ ਨਾਮ ਕਰਦੇ ਹੋ, ਤੇ ਕਲੈਕਟਿਵ ਨਾਉਨ ਦੇ ਵਿੱਚ ਪੰਜਾਬੀ 'ਚ ਅਸੀਂ ਕਰਦੇ ਹਾਂ ਇਸਨੂੰ ਇਕੱਠਵਾਚਕ ਨਾਮ, ਤੇ ਹਿੰਦੀ ਦੇ ਵਿੱਚ ਅਸੀਂ ਇਹਨੂੰ ਕਰਦੇ ਹਾਂ ਸਮੁਦਾਇਵਾਚਕ ਸੰਗਿਆ, ਔਰ ਇੰਗਲਿਸ਼ ਦੇ ਵਿੱਚ ਇਹ ਹੈ ਕਲੈਕਟਿਵ ਨਾਉਨ। ਕਲੈਕਟਿਵ मतलब ग्रुप। सपोज ਤੁਹਾਡੀ ਕਲਾਸ ਦੇ ਵਿੱਚ ਸਟੂਡੈਂਟਸ ਦਾ ਜਿਹੜਾ ਗਰੁੱਪ ਹੈਗਾ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ, ਕਲਾਸ। ਠੀਕ ਹੈ ਜੀ, ਗਰੁੱਪ ਆਫ ਸਟੂਡੈਂਟਸ ਜਾਂ ਗਰੁੱਪ ਆਫ ਪੀਪਲਸ ਕੀ ਹੋ ਜਾਏਗਾ, ਕਲਾਸ। ਠੀਕ, ਉਸੇ ਤਰ੍ਹਾਂ ਹੁਣ ਅਸੀਂ ਜੇ ਕਲੈਕਟਿਵ ਨਾਉਨ ਦੀ ਡੈਫੀਨੇਸ਼ਨ ਦੀ ਗੱਲ ਕਰੀਏ, a particular type of collective noun is what are called noun of assembly or terms of venery। ਅਸੈਂਬਲੀ ਵੀ ਹੋ ਗਿਆ, ਇੱਕ ਤਰ੍ਹਾਂ ਦਾ ਗਰੁੱਪ ਹੋ ਗਿਆ। ਠੀਕ ਹੈ ਜੀ, ਉਹਦਾ ਗਰੁੱਪ ਦਾ ਨਾਮ ਜਾਂ ਟਰਮਸ ਆਫ ਵੈਨਰੀ। ਵੈਨਰੀ ਮੀਨਸ ਕਿ ਪਸ਼ੂਆਂ ਨਾਲ ਸੰਬੰਧਿਤ। ਠੀਕ ਹੈ, ਮੋਸਟਲੀ ਅਸੀਂ ਕਿੱਦਾਂ ਗੱਲ ਕਰਦੇ ਹਾਂ, ਜਿਹੜਾ ਪਸ਼ੂਆਂ ਦਾ ਜਾਂ ਐਨੀਮਲਸ ਦਾ ਗਰੁੱਪ ਜਿਹੜਾ ਹੈਗਾ ਆ, ਉਹਦੇ ਅਲੱਗ-ਅਲੱਗ ਜਿਹੜੇ ਅਸੀਂ ਨਾਮ ਪੜ੍ਹੇ ਹੈਗੇ ਆ, ਉਹ ਕਲੈਕਟਿਵ ਨਾਉਨ ਦੇ ਅੰਡਰ ਪੜ੍ਹੇ ਆ 6th ਕਲਾਸ ਦੇ ਵਿੱਚ। ਉਹਨੂੰ ਹੀ ਜਿਹੜਾ ਇਹ ਇਲੈਬੋਰੇਟ ਕੀਤਾ ਹੋਇਆ ਹੈ ਕਲੈਕਟਿਵ ਨਾਉਨ ਨੂੰ। ਸਪੋਜ਼ ਅਸੀਂ ਐਗਜ਼ਾਮਪਲ ਲੈਣੇ ਆ ਕਲੈਕਟਿਵ ਨਾਉਨ ਦੀਆਂ, ਸੋ ਦੈਟ ਯੂ ਵਿਲ ਬੀ ਮੋਰ ਕਲੀਅਰ ਅਬਾਊਟ ਕਿ ਕਲੈਕਟਿਵ ਨਾਉਨ ਐਕਚੁਅਲ ਕੀ ਹੈ। You can say this is a flower। ये फुल है, ठीक है जी, सिंगल फुल है। ठीक है, this is a flower। ਜਦੋਂ ਅਸੀਂ ਇਹ ਤਾਂ ਸਿੰਗਲ ਫਲਾਵਰ ਹੋ ਗਿਆ, ਜਦੋਂ ਅਸੀਂ ਕਾਫੀ ਸਾਰੇ ਫਲਾਵਰਸ ਜਿਹੜੇ ਆ ਇਕੱਠੇ ਕਰ ਲੈਂਦੇ ਆ, ਠੀਕ ਹੈ, ਉਹ ਇੱਕ ਗਰੁੱਪ ਬਣਾ ਦਿੱਤਾ, ਉਹਨਾਂ ਨੂੰ ਇਕੱਠਾ ਕਰ ਦਿੱਤਾ। ਸਪੋਜ਼ ਪੂਰਾ ਗਰੁੱਪ ਬਣ ਗਿਆ ਫਲਾਵਰਸ ਦਾ, ਠੀਕ ਹੈ, ਇਕੱਠੇ ਕਰ ਦਿੱਤੇ ਆ, ਇਹਨੂੰ ਅਸੀਂ ਕੀ ਕਵਾਂਗੇ, ਬੁਕੇ। ਠੀਕ ਹੈ, ਫੁੱਲ ਜਿਹੜੇ ਇਕੱਠੇ ਹੋਏ ਆ ਉਹਨੂੰ ਅਸੀਂ ਕੀ ਬੋਲਦੇ ਆ, ਬੁਕੇ। ਬੁਕੇ ਆਫ ਫਲਾਵਰਸ। ਗ੍ਰੇਪਸ ਹੈਗੇ ਆ,
ग्रेप्स का इकट्ठा जो असी पूरा गुच्छा लैने उन्होंने असी की बोलते हैं a bunch of grapes। एवें ही असी जो swans you know about swans की गल करते हैं उन्होंने असी ग्रुप ਨੂੰ की बोलते हैं bevy। ठीक है, ये अलग अलग जड़े असी अज कोलैक्टिव नाउन के अंडर नाम जड़े है कि असी ग्रुप्स ਨੂੰ की नाम देने वो करांगे। जिन्ना मेरे को हो सकेगा मैं जरूर तुहानू दसांगी, बट ड्यू टू शॉर्टेज ऑफ टाइम असी जो भी करांगे उस तो इलावा तुसी जड़ा आ नाल नाल अपने सिलेबस के अकॉर्डिंग जड़ी अपनी वोकैबलरी जड़ी इनक्रीज करनी हैगी आ। ते एग्जाम्पल असी लेने आ कलैक्टिव नाउन दियां। A bouquet of flowers a bevy of swans a litter of kittens बिल्लियां दे जड़े बच्चे इकट्ठे जो है उन्होंने ग्रुप नूं या झुंड नूं असीं की बोलते हैं लिटर। ठीक है, लायंस जड़ा है लायन a pride of lions a murder of crows, this is very funny name, murder of crows, I have googled it about it कि ਜਿਹੜਾ क्रोज है इन्हों के ग्रुप ਨੂੰ मर्डर क्यों किया जाता है क्योंकि कहते कि क्रोज ਜਿਹੜੇ ਆ ਇਹਨਾਂ ਦੀ प्रवृत्ति इदा की नेचर इदा की होंगी है कि जिथे भी क्योंकि ਜਿਹੜੇ ਆ ਇਹ ओमनीवोरस होंगे आ कि ये ਜਿਹੜਾ आ मांस मतलब खाते है ते नाल दी नाल जड़ा आ ਇਹ जिथे भी डैड बॉडीज जड़ियां होंदियां हैगियां उत्थे बहुत जल्दी पहुंच जाते मतलब इन्हों कातिल समझा जाता। इस करके इन्हू जड़ा सी नाम दिता उन्होंने ग्रुप का नाम दिता होया अ मर्डर ऑफ क्रोज। ठीक है, इस तो इलावा असी कलैक्टिव नाउन के रिगार्डिंग ही एक छोटी जी गेम भी खेल सकते हैं कि बच्चे जो पूरा रिवाइज कर लैन अपने ग्रुप्स के जड़ा नाउन के ग्रुप है इन्हों असी की बोलते हैं दैन टीचर जड़ा है वो एक गेम भी खिला सकता बच्चों को। You can take two boxes parallel to each other, box 1 and box 2. In first box I will write the name मतलब कि collective noun लिखूंगी मैं दे विच an army, a colony, a herd, a litter, a bouquet, a deck, a lounge, a range, a bunch, a fleet, a pack, a school,
A company. A flock. A swarm. Last but not the least, a fright. Box 2 ਦੇ ਵਿੱਚ ਜਿਹੜਾ ਅਸੀਂ ਆ ਉਹ ਐਨੀਮਲਸ ਦੇ ਜਾਂ ਥਿੰਗਸ ਦੇ ਨਾਮ ਲਵਾਂਗੇ ਜਿਨ੍ਹਾਂ ਦੇ ਗਰੁੱਪ ਨੂੰ ਅਸੀਂ ਜਿਹੜਾ ਆ ਉਹ ਆਈਡੈਂਟੀਫਾਈ ਕਰਨਾ ਹੈ ਇੱਧਰ ਬਾਕਸ 2 ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਲਿਖਾਂਗੇ of actors of ships of kettle of cards of lions of wolves of birds of fish of puppies of frogs of bees grapes of flowers. There is a shortage of space in classroom. The size of the blackboard is always big, so ਉੱਥੇ ਬਲੈਕਬੋਰਡ ਤੇ ਜਿਹੜੀ ਹੈ ਤੁਸੀਂ ਜ਼ਿਆਦਾ ਅੱਛੀ ਤਰ੍ਹਾਂ ਗੇਮ ਖੇਲ ਸਕਦੇ ਆ ਟੀਚਰ ਜਿਹੜਾ ਗੇਮ ਕੰਡਕਟ ਕਰ ਸਕਦੇ ਕਲਾਸ ਦੇ ਵਿੱਚ of mountains of lizards last is I will write here of rabbits okay ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ ਜਿਹੜਾ ਆ ਅਸੀਂ ਇਹਨਾਂ ਨੂੰ ਨੰਬਰਿੰਗ ਦਵਾਂਗੇ ਕਿ ਸਾਨੂੰ ਜਿਹੜੇ ਮੈਚ ਕਰਨੇ ਔਖੇ ਹੈਗੇ ਆ ਬਟ ਕਲਾਸਰੂਮ ਦੇ ਵਿੱਚ ਜਿਹੜਾ ਆ ਦਾ ਮੈਚਿੰਗ ਜਿਹੜੀ ਆ ਉਹ ਜ਼ਿਆਦਾ ਈਜ਼ੀ ਹੋਏਗੀ ਹੁਣ ਬਾਕਸ 1 ਦੇ ਵਿੱਚ ਸਾਡੇ ਕੋਲ ਪਹਿਲੋਂ ਹੈ ਐਨ ਆਰਮੀ ਜਿਹੜੀ ਹੈਗੀ ਆ ਉਹਨੂੰ ਅਸੀਂ ਕਿੱਧਰ ਇਹਦੇ ਨਾਲ ਜਿਹੜਾ ਆ ਕਿੱਥੇ ਮੈਚ ਕਰਾਂਗੇ that is army of and ants I have missed that ants ਜਿਹੜਾ ਚੀਂਟੀਆਂ ਦਾ ਝੁੰਡ ਹੈਗਾ ਆ ਉਹਨੂੰ ਅਸੀਂ ਕੀ ਬੋਲਦੇ ਆ ਆਰਮੀ ਜਿਵੇਂ ਕਿ ਸਾਨੂੰ ਪਤਾ ਕਿ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਕੀੜੀਆਂ ਹੈਗੀਆਂ ਜਾਂ ਚੀਂਟੀਆਂ ਹੈਗੀਆਂ ਬੜੇ ਡਿਸਪਲਿਨਡ ਵੇ ਨਾਲ ਚੱਲੀਆਂ ਹੋਈਆਂ ਇੱਕ ਲਾਈਨ ਦੇ ਵਿੱਚ ਠੀਕ ਹੈ मतलब कि वो डिसिप्लिन शो करती हैं और आर्मी एज इट्स नेम क्लियर आर्मी ਦੇ ਵਿੱਚ ਜਿਹੜਾ ਮੇਨ ਸਟ੍ਰੈਸ ਕੀ ਆ ਉਹ ਡਿਸਿਪਲਿਨ ਤੇ ਹੀ ਹੁੰਦਾ तो that's why it is correlated with ants ਤੇ an army ਜਿਹੜੀ ਹੈਗੀ ਆ ਉਹਨੂੰ ਅਸੀਂ ants ਦੇ ਨਾਲ ਮੈਚ ਕਰਾਂਗੇ ਮਤਲਬ ਕਿ ਜਿਹੜਾ ਚੀਂਟੀਆਂ ਦਾ ਝੁੰਡ ਹੈਗਾ ਆ ਚੀਂਟੀਆਂ ਦਾ ਗਰੁੱਪ ਹੈਗਾ ਆ ਉਹਨੂੰ ਅਸੀਂ ਕੀ ਬੋਲਦੇ ਆ an army this is number 1 and this is also number 1 second है साडे कोल कॉलोनी जेड़ा है ये असी मैच करांगे that is of rabbits जेड़े खरगोश हैगे आ उन्हां दे ग्रुप नू असी की बोलदे आ कॉलोनी third one is a herd जेड़ा आ वो असी बोलदे आ group of cattles third number मैच करता cattle दे नाल लिटर ਜਿਹੜਾ ਆ ਉਹ ਅਸੀਂ ਕਿਟਨਸ ਦੇ ਗਰੁੱਪ ਨੂੰ ਵੀ ਬੋਲ ਦਿੰਦੇ ਆ ਪਪੀਜ਼ ਦੇ ਗਰੁੱਪ ਨੂੰ ਵੀ ਬੋਲ ਦਿੰਦੇ ਆ
ਤੇ ਇਹ ਜਿਹੜਾ ਲਿਟਰ ਹੈਗਾ ਆ ਇਹ ਅਸੀਂ ਮੈਚ ਕਰਾਂਗੇ ਆਫ ਪਪੀਜ਼ ਦੇ ਨਾਲ। ਨੈਕਸਟ ਬੁਕੇ, ਬੁਕੇ ਜਿਹੜਾ ਆ ਜਦੋਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਕਿ ਬੁਕੇ ਜਿਹੜਾ ਆ ਉਹ ਅਸੀਂ ਮੈਚ ਕਰਾਂਗੇ ਆਫ ਫਲਾਵਰਸ ਦੇ ਨਾਲ। ਫਿਫਥ ਨੰਬਰ, sixth one is a deck, deck ਜਿਹੜਾ ਅਸੀਂ ਮੈਚ ਕਰਦੇ ਆ cards ਦੇ ਨਾਲ। cards ਜਿਹੜੇ ਹੈਗੇ ਆ ਇਕੱਠੇ ਜਦੋਂ cards ਹੈਗੇ ਆ ਉਹਨਾਂ ਦੇ ਅਸੀਂ ਗਰੁੱਪ ਨੂੰ ਕੀ ਬੋਲਦੇ ਆ deck। launch ਜਿਹੜਾ ਹੈਗਾ ਆ ਇਹ ਅਸੀਂ lizards ਦੇ ਗਰੁੱਪ ਨੂੰ ਬੋਲਦੇ ਆ। lizards ਮਤਲਬ ਛਿਪਕਲੀਆਂ, ਉਹਨਾਂ ਦੇ ਗਰੁੱਪ ਨੂੰ ਅਸੀਂ ਕੀ ਬੋਲਦੇ ਆ launch। pride ਮੈਂ ਪਹਿਲਾਂ ਵੀ ਦੱਸਿਆ ਹੈ, pride ਜਿਹੜਾ ਅਸੀਂ ਬੋਲਦੇ हैं a group of lions, that is number 8। 8 number lions। range, range ਜਿਹੜਾ ਅਸੀਂ ਬੋਲਾਂਗੇ group of mountains ਨੂੰ। 9 number ਇਹਦੇ ਨਾਲ ਮੈਚ ਕਰ ਦਿੱਤਾ ਹੈ। 10 number है a bunch, bunch of grapes, 10 number here। next ਸਾਡੇ ਕੋਲ ਜਿਹੜਾ ਹੈ fleet, 11 number, ਇਹ ਅਸੀਂ ਲਿਖਾਂਗੇ ships ਦੇ ਨਾਲ, of ships ਜਿਹੜੇ ਜਹਾਜ਼ ਸਮੁੰਦਰੀ ਜਹਾਜ਼ ਹੈਗੇ ਆ ਉਹਨਾਂ ਦੇ ਗਰੁੱਪ ਨੂੰ ਅਸੀਂ ਕੀ ਬੋਲਦੇ collectively fleet। pack, it is group of wolves, ਭੇੜੀਆ ਜਿਹੜਾ ਹੁੰਦਾ ਆ ਉਹਨਾਂ ਦੇ ਗਰੁੱਪ ਨੂੰ ਅਸੀਂ ਕੀ ਬੋਲਦੇ ਆ pack। here we will write number 12। next is a school, it is a group of fish, it's 13 number, here 13 number। next is a company, company is a group of actors, ਕਲਾਕਾਰ ਜਿਹੜੇ ਹੈਗੇ ਆ ਉਹਨਾਂ ਦੇ ਗਰੁੱਪ ਨੂੰ ਅਸੀਂ ਕੀ ਬੋਲਦੇ ਆ ਕੰਪਨੀ। ਨੈਕਸਟ ਸਾਡੇ ਕੋਲ ਜਿਹੜਾ ਆ ਗਿਆ ਹੈ ਫਲੌਕ। ਫਲੌਕ ਜਿਹੜਾ ਹੈ ਇਹਨੂੰ ਅਸੀਂ ਮੈਚ ਕਰਾਂਗੇ 15 ਨੰਬਰ ਹੈ, ਔਰ ਫਲੌਕ ਨੂੰ ਅਸੀਂ ਮੈਚ ਕਰਾਂਗੇ ਗਰੁੱਪ ਆਫ ਬਰਡਸ ਦੇ ਨਾਲ। ਜਿਹੜਾ ਸ਼ੀਪਸ ਹੁੰਦੀਆਂ ਭੇਡਾਂ ਹੁੰਦੀਆਂ ਉਹਨਾਂ ਦੇ ਗਰੁੱਪ ਨੂੰ ਵੀ ਅਸੀਂ ਫਲੌਕ ਬੋਲਦੇ ਆ। ਨੈਕਸਟ ਹੈ ਸਵਾਮ, 16 ਨੰਬਰ, ਇਹ ਜਿਹੜਾ ਆ ਸਾਡਾ ਆ ਜਾਏਗਾ ਬੀਜ਼ ਨਾਲ ਰਿਲੇਟਡ ਸਵਾਮ, ਠੀਕ ਹੈ ਜੀ। ਤੇ ਇਹ ਜੇ ਇੱਥੇ ਅਸੀਂ ਜਿਹੜਾ ਆ ਕਈ ਚੀਜ਼ਾਂ ਇਦਾਂ ਦੀਆਂ ਹੈਗੀਆਂ ਆ ਜਿਹਨੂੰ ਅਸੀਂ ਸਪੋਜ਼ ਜਿਹੜਾ ਇਹ ਕॉलोनी ਹੈ ਇਹ ਅਸੀਂ ਬਰਡਸ ਦੇ ਗਰੁੱਪ ਨੂੰ ਵੀ ਕਈ ਵਾਰ ਬੋਲ ਦਿੰਦੇ ਹਾਂ। ਜਦੋਂ ਸੇਮ ਸਪੀਸ਼ੀਜ਼ ਦੇ ਜਿਹੜੇ ਆ ਬਰਡਸ ਆ ਜਾਂਦੇ ਆ ਉਹਨੂੰ ਕॉलोनी ਬੋਲ ਦਿੰਦੇ ਆ। ਰੈਬਿਟਸ ਦੇ ਗਰੁੱਪ ਨੂੰ ਵੀ ਬੋਲ ਦਿੰਦੇ ਆ। ਜਿੱਦਾਂ ਕਿ ਅਸੀਂ ਫਲੌਕ ਦੀ ਗੱਲ ਕੀਤੀ ਸੀਗੀ, ਫਲੌਕ ਜਿਹੜਾ ਹੈਗਾ ਆ ਉਹ ਭੇਡਾਂ ਦੇ ਸ਼ੀਪਸ ਦੇ ਝੁੰਡ ਨੂੰ ਵੀ ਬੋਲਦੇ ਆ। ਫਲੌਕ ਬਰਡਸ ਦੇ ਗਰੁੱਪ ਨੂੰ ਵੀ ਬੋਲ ਦਿੰਦੇ ਆ। ਤੇ ਇਹ ਜਿਹੜੇ ਆ ਅਕੋਰਡਿੰਗਲੀ ਅਸੀਂ ਚੇਂਜ ਹੁੰਦਾ ਰਹਿੰਦਾ ਆ, ਠੀਕ ਹੈ ਜੀ। ਸੋ ਇਹ ਜਿਹੜੀ ਗੇਮ ਹੈਗੀ ਆ ਟੀਚਰ ਕੈਨ ਕੰਡਕਟ ਇਨ देयर ਓਨ ਕਲਾਸ ਸੋ ਦੈਟ ਜਿਹੜਾ ਬੱਚਿਆਂ ਨੂੰ ਹੈਗਾ ਇਹ ਕਨਸੈਪਟ ਜਿਹੜਾ ਆ ਉਹ ਅੱਛੀ ਤਰ੍ਹਾਂ ਸਮਝ ਆ ਜਾਏ। ਓਕੇ, ਹੋਪ ਤੁਹਾਨੂੰ ਇਹ ਜਿਹੜੇ ਆ ਨਾउन ਦੇ ਰਿਗਾਰਡਿੰਗ ਅਸੀਂ ਜਿਹੜੇ ਕੀਤੇ ਹੈਗੇ ਆ ਕੰਕਰੀਟ ਨਾउन, ਐਬਸਟਰੈਕਟ ਨਾउन ਐਂਡ ਕਲੈਕਟਿਵ ਨਾउन ਇਹ ਪੂਰੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ। ਨੈਕਸਟ ਜਿਹੜਾ ਸਾਡਾ ਟੌਪਿਕ ਹੈ ਸੈਕੰਡਲੀ how to pronounce some words। ਮੋਸਟਲੀ ਅਸੀਂ ਕੀ ਕਰਦੇ ਆ ਜਾਂ ਬੱਚਿਆਂ ਦੀ ਪ੍ਰੋਬਲਮ ਕੀ ਆਉਂਦੀ ਹੈ ਕਿ ਉਹਨਾਂ ਦੀ ਪ੍ਰੋਨਾਂਸੀਏਸ਼ਨ ਦੇ ਵਿੱਚ ਜਿਹੜਾ ਆ ਉਹ ਬਹੁਤ ਫਰਕ ਹੁੰਦਾ ਹੈ ਕਿ ਜਿਹੜੀ ਆ ਉਹ ਇੰਗਲਿਸ਼ ਦੇ ਵਰਡਸ ਹੈਗੇ ਆ ਉਹ ਅੱਛੇ ਤਰੀਕੇ ਨਾਲ ਨਹੀਂ ਬੋਲਦੇ। ਟੌਪਿਕ ਦਾ ਨਾਮ ਹੈ ਲਰਨਿੰਗ ਟੂ ਸਪੀਕ, how to pronounce some words। ਅਸੀਂ ਥੋੜੀਆਂ ਜਿਹੀਆਂ ਐਗਜ਼ਾਮਪਲਸ ਲਵਾਂਗੇ, ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਿਹੜਾ ਉਹ ਦੱਸੀਏ ਕਿ ਵਰਡ ਜਿਹੜਾ ਉਹ ਕਿਵੇਂ ਪ੍ਰੋਨਾਉਂਸ ਕਰਨਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਵਰਡ ਆਏਗਾ clothes। ਕਈ ਬੱਚੇ ਕੀ ਬੋਲਦੇ ਆ ਇਹਨੂੰ clothes,
No, this is clothes. Clothes. The clothes. Clothes means कपड़े. ठीक है. Next साडे कोल word है. Yes, try to speak with me if you are watching my lecture. ਅਸੀਂ ਨਾਲ ਬੋਲੀਏ. Yes, it is Wednesday. Normally बच्चे की बोलते हैं Wednesday. No, it's Wednesday. Wednesday means बुधवार. हफ्ते का जड़ा तीसरा दिन हैगा या Monday, Tuesday, Wednesday. Wednesday means बुधवार. Next साडे को है word picture. Picture. Yes, I am repeating. This is picture. Picture mean की ਹੁੰਦਾ है तस्वीर, कोई फोटो. ठीक है, that is called picture. Next word is bury. Bury. Bury means की ਹੁੰਦਾ है दफनाना. ठीक है, किसी ਦੀ suppose death हो जाती है ਉਹਨੂੰ ਜਦੋਂ ਅਸੀਂ ਦਫਨਾਉਂਦੇ ਹੈਗੇ ਆ, that is called bury. Next मोस्ट कॉमन वर्ड ਜਿਹੜਾ ਅਸੀਂ ਯੂਜ਼ ਕਰਦੇ ਹੈਗੇ ਆ ਬਟ ਗਲਤੀ ਵੀ ਇੱਥੇ ਕਈ ਕਰਦੇ ਆ, ਅਸੀਂ ਇਹਨੂੰ ਬੋਲਦੇ ਆ ਡੇਂਗੂ. नो इट्स डेंगी. ਕੀ ਬੋਲਣਾ ਇਹਨੂੰ? डेंगी. DENGUE. डेंगी. इट्स जस्ट लाइक so you can say it's a fever. ओके, बुखार ਹੁੰਦਾ ਇੱਕ ਤਰ੍ਹਾਂ ਦਾ ਤੇ ਇਹਨੂੰ ਅਸੀਂ ਕੀ ਬੋਲਾਂਗੇ? डेंगी. नेक्स्ट साडे कोल है women. की बोलांगे इसे नो? women. चिल्ड्रन की बोल रहे हैं? women. no, it's women. women means औरतां. ठीक है, women लिखे MEN है. ठीक है, की हुंदा है? औरतां. नेक्स्ट इज village. की है जी ये? village. Spelling VILLAGE. Village. Village means pinned. Next is heart. 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 Some students like they say heart. No, it's heart. Okay. Spellings are HEART. Heart means ਹੁੰਦਾ दिल. Next साडे कोल जड़ा word है MONKEY. This is monkey. की है monkey. It's not monkey, it's monkey. 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 Next साडे कोल जड़ा word आएगा that is develop. Develop. Develop means कोई साडी प्रोग्रेस होनी, कोई तरक्की होनी, कोई ग्रोथ होनी किसी चीज की. ठीक है जी, इन्हों से की बोलेंगे? Develop. 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 Next साडे कोल word है plumber. की है plumber. असी की बोलते plumber. बच्चे की बोलते ने plumber. No, it's plumber. plumber कौन है जिन्हें साडे अपना टैप्स वगैरह जड़ियां रिपेयर का काम करता है, that is called plumber. Next is truth. What's this? Truth. बच्चे की कहते हैं truth. No, it's truth. Truth means such. And next is coupon. 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 कूपन की है कि जिवें तुहानू कोई शॉपिंग मॉल दे विच जाने आ, तुसी कोई शॉपिंग खरीदिया ਉਹਦੇ ਨਾਲ कोई एडिशनल कोई मिल जाते हैं कि हाँ तुसी इन्ने दी शॉपिंग करो तो इन्ना तुहानू जड़ा नाल तुसी एक्स्ट्रा शॉपिंग कर सकते हैं, या तुसी कई बार कोई चीज परचेज करनी हो तुहानू कूपन ते मिलदी है. ठीक है, दैट इज जस्ट लाइक स्लिप्स.
ਤੇ ਇਹਨੂੰ ਅਸੀਂ ਕੀ ਬੋਲਾਂਗੇ? ਕੂਪਨ। Next is donkey. Donkey. D-O-N-K-E-Y. Donkey. Donkey means ਕੀ ਹੁੰਦਾ ਹੈ? ਗਧਾ। Last but not the least, this is tomb. What's this? Tomb. Tomb means ਕੀ ਹੁੰਦਾ ਹੈ? ਮਕਬਰਾ। ਬੱਚੇ ਆਮ ਤੌਰ ਤੇ ਇਹਨੂੰ ਕੀ ਬੋਲਦੇ ਆ? Tomb. No, it's tomb. Tomb means ਕੀ ਹੋਏਗਾ? ਮਕਬਰਾ। ਠੀਕ ਹੈ। ਅੱਜ ਜਿਹੜੇ ਅਸੀਂ ਇੰਨੇ ਹੀ ਵਰਡ ਕਰਾਂਗੇ। I am just repeating here. That is clothes, clothes, Wednesday, picture, bury, what's this? Dinghy, women, village, heart, monkey, develop, plumber, truth, coupon, donkey, tomb. So students, hope कि ਤੁਹਾਨੂੰ ਜਿਹੜੀ ਇਹ pronunciation ਹੈਗੀ ਆ ਉਹ ਸਮਝ ਆ ਗਈ ਹੋਏਗੀ। ਠੀਕ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਇੰਗਲਿਸ਼ ਸਪੀਕਿੰਗ ਦੇ ਵਿੱਚ ਹੈਗੀ ਆ ਕਿ ਤੁਹਾਡੀ pronunciation ਜਿਹੜੀ words ਦੀ ਹੈਗੀ ਆ ਉਹ ਸਹੀ ਹੋਣੀ ਚਾਹੀਦੀ ਹੈ। ਐਂਡ ਉਹ ਜਿਹੜੀ pronunciation ਹੈਗੀ ਆ ਉਹ ਤੁਹਾਡੀ ਸਿਰਫ ਪ੍ਰੈਕਟਿਸ ਦੇ ਨਾਲ ਹੀ ਜਿਹੜੀ ਆ ਉਹ ਸਹੀ ਹੋ ਸਕਦੀ ਆ। ਇਨ ਫਿਊਚਰ ਤੁਹਾਨੂੰ ਜਿਹੜਾ ਆ ਤੁਸੀਂ ਫੋਨੈਟਿਕਸ ਤੇ ਵਰਕ ਕਰੋਗੇ, ਜਿਹੜਾ ਕਿ ਅੱਗੇ ਜਾ ਕੇ ਤੁਹਾਨੂੰ ਆਏਗਾ ਤੁਹਾਡੇ ਸਿਲੇਬਸ ਦੇ ਵਿੱਚ ਕਾਫੀ ਅੱਗੇ ਜਾ ਕੇ, ਤੇ ਉਹਦੇ ਅਕੋਰਡਿੰਗ ਜਿਹੜੀ ਆ ਉਹ ਪ੍ਰੋਨਾਂਸੀਏਸ਼ਨ ਜਿਹੜੀ ਆ ਉਹਨੂੰ ਇੰਪਰੂਵ ਕੀਤਾ ਜਾ ਸਕਦਾ ਹੈ। ਠੀਕ ਹੈ। ਅਸੀਂ ਜਸਟ ਐਗਜ਼ਾਮਪਲਸ ਲਈਆਂ ਆ। ਹੋਪ ਯੂ ਇੰਜੋਇਡ ਮਾਈ ਲੈਸਨ। ਬਿਫੋਰ ਲਿਵਿੰਗ ਮੈਂ ਤੁਹਾਨੂੰ ਜਿਹੜਾ ਆ ਇੱਕ ਵਾਰੀ ਰਿਪੀਟ ਕਰਾ ਦਾਂ ਕਿ ਕੀ ਕੁਛ ਅੱਜ ਅਸੀਂ ਕੀਤਾ ਹੈ। ਫਸਟਲੀ ਅਸੀਂ ਨਾउन ਕੀਤਾ ਸੀਗਾ। ਨਾउन ਦੀਆਂ ਟਾਈਪਸ ਕੀਤੀਆਂ ਆ, ਕੰਕਰੀਟ ਨਾउन, ਐਬਸਟਰੈਕਟ ਨਾउन ਐਂਡ ਕਲੈਕਟਿਵ ਨਾउन। ਇਹਦੇ ਨਾਲ ਨਾਲ ਅਸੀਂ ਜਿਹੜਾ ਸੈਕਿੰਡ ਟੌਪਿਕ ਕੀਤਾ ਹੈ that is learning to speak or how to pronounce some words. Hope you all enjoyed the lesson. ਤੇ ਤੁਸੀਂ ਜੇ ਕੋਈ ਇਹਨੂੰ ਜੇ ਬਾਰ-ਬਾਰ ਪ੍ਰੈਕਟਿਸ ਕਰੋਗੇ ਤਾਂ ਜਿਹੜਾ ਆ ਉਸ ਚੀਜ਼ ਦੇ ਵਿੱਚ ਪਰਫੈਕਟ ਜਿਹੜਾ ਉਹ ਜ਼ਰੂਰ ਹੋਵੋਗੇ। ਹੋਪ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਇਹਦੀ ਸਟੱਡੀ ਕਰੋਗੇ ਤੇ ਆਪਣਾ ਜਿਹੜਾ ਆ ਟੀਚਰਸ ਦੇ ਨਾਲ ਜਿਹੜਾ ਆ ਉਹ ਕੋਰਿਲੇਟ ਕਰਕੇ इस लेसन जड़ा वो रिवाइज करोगे और अपने टीचर्स को होर रोज कुछ ना कुछ नवा सीखोगे। सो दैट्स ऑल ऑफ today's lesson. Hope you enjoyed. Bye. We will